सागर सुर तर चिंता मन कामधेन बस जाके चार पदार्थ अष्ट दशा सिद्ध नवनिध कर तल ताके हर 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 न जपस रस न अवर सब त्याग बचन रचना रहाओ नाना ख्यान पुराण वेद विद 34 अखर माही व्यास विचार कहो परमारथ राम नाम सरनाही सहज समाद उपाद रहत फुन बड़े भाग लिव लागी कह रविदास प्रगास हृदय धर जन्म मरण भय भागी वाहिगुरु जी का खालसा वाहिगुरु जी की फतेह। गुरु सवारी साध संगत भगत बाणी दे ਇਹ ਪਾਵਨ ਸ਼ਬਦ ਜੋ ਭਗਤ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਹਨ, ਕਿਉਂਕਿ ਭਗਤ ਜਨਾਂ ਦਾ ਸਰਕਲ ਆਲਾ ਦੁਆਲਾ ਉਸ ਸਨਾਤਨ ਮਤ ਦੀਆਂ ਪ੍ਰਚਲਿਤ ਚੀਜ਼ਾਂ ਨਾਲ ਘਿਰਿਆ ਹੋਇਆ, ਜਿਵੇਂ ਕਿ 4 ਵੇਦਾਂ ਦੀ ਗੱਲ, 18 ਪੁਰਾਣਾਂ ਦੀ ਗੱਲ, ਖਟ ਸ਼ਾਸਤਰਾਂ ਦੀ ਗੱਲ ਅਤੇ ਮਨੋਕਲਪਤ ਉਹ ਕਲਪ ਬ੍ਰਿਛ ਚਿੰਤਾਮਣ ਬਟੀ ਕਾਮਧੇਨ ਗਊ, ਇਹਨਾਂ ਚੀਜ਼ਾਂ ਨਾਲ ਇਹ ਆਲਾ ਦੁਆਲਾ ਉਹਨਾਂ ਦਾ ਘਿਰਿਆ ਹੋਇਆ। ਔਰ ਇਹਨਾਂ ਦਾ ਜ਼ਿਕਰ ਆਮ ਤੌਰ 'ਤੇ ਜਿਹੜੇ ਪੰਡਿਤ ਲੋਕ ਸਨਾਤਨ ਮਤ ਦੇ ਵਿਆਖਿਆਕਾਰ ਨੇ ਉਹ ਅਕਸਰ ਕਰਦੇ ਹਨ। ਇਹ ਠੀਕ ਹੈ ਕਿ ਭਗਤਾਂ ਦੀ ਬਾਣੀ ਵਿੱਚ ਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਕੋਈ ਅੰਤਰ ਨਹੀਂ। ਇਹ ਚੀਜ਼ਾਂ ਸਿਰਫ ਇਸ਼ਾਰੇ ਮਾਤਰ ਵਰਣਨ ਕੀਤੀਆਂ ਹਨ, ਪਰ ਕਈ ਵਾਰੀ ਮੈਂ ਦੇਖਿਆ ਕਿ ਕਈ ਸਰੋਤੇ, ਕਈ ਵਿਚਾਰਵਾਨ, ਕਈ ਜਗਿਆਸੂ ਜੋ ਗੱਲ ਗੁਰਬਾਣੀ ਵਿੱਚ ਭਗਤ ਜਨਾਂ ਨੇ ਜਾਂ ਗੁਰੂ ਸਾਹਿਬਾਨ ਨੇ ਕਹੀ ਉਹਨੂੰ ਤੇ ਗ੍ਰਹਿਣ ਘੱਟ ਕਰਦੇ ਹਨ, ਪਰ ਗਿਣਤੀਆਂ ਮਿਣਤੀਆਂ ਆਹ ਦੱਸੋ ਜੀ ਉਹ ਦੱਸੋ ਜੀ ਇਹਦੇ ਵਿੱਚ ਜ਼ਿਆਦਾ ਸਮਾਂ ਗੁਜ਼ਾਰਦੇ। ਸਾਨੂੰ ਤੇ ਕੋਈ ਇਤਰਾਜ਼ ਨਹੀਂ, ਸਾਡਾ ਫਰਜ਼ ਹੈ ਹਰ ਗੱਲ ਦਾ ਜਵਾਬ ਦੇਣਾ, ਪਰ ਮੈਂ ਹਮੇਸ਼ਾ ਇੱਕ ਬੇਨਤੀ ਕਰਿਆ ਕਰਦਾ, ਪਿਆਰਿਓ ਅੰਬ ਖਾਇਆ ਕਰੋ, ਬੂਟੇ ਨਾ ਗਿਣਿਆ ਕਰੋ। ਤੁਸੀਂ ਆਖੋਗੇ ਕੀ ਮਤਲਬ? ਸੁਣਿਆ ਹੈ ਬਜ਼ੁਰਗਾਂ ਕੋਲੋਂ ਕਿ 2 ਭਰਾ 2 ਮਿੱਤਰ ਅੰਬਾਂ ਦੇ ਸੀਜ਼ਨ ਵਿੱਚ ਅੰਬਾਂ ਦੇ ਬਾਗ ਵਿੱਚ ਚਲੇ ਗਏ। ਬਾਗ ਵਿੱਚ ਦੋਵੇਂ ਪ੍ਰਵੇਸ਼ ਕਰਦੇ ਹਨ। ਇੱਕ ਜਿਹੜਾ ਹੈ ਉਹ ਤੇ ਜਾ ਕੇ ਮਾਲੀ ਨੂੰ ਰਾਮ ਰਾਮ ਜਾਂ ਸਲਾਮ ਕਰਦਾ ਹੈ। ਮਾਲੀ ਉਸ ਨੂੰ ਭਲਾ ਪੁਰਸ਼ ਜਾਣ ਕੇ, ਆਪਣੇ ਬਾਗ ਵਿੱਚ ਆਇਆ ਜਾਣ ਕੇ ਉਹਦਾ ਆਦਰ ਕਰਦਾ, ਉਸ ਨੂੰ ਮੰਜੀ 'ਤੇ ਬਿਠਾਉਂਦਾ ਅਤੇ 2-4 ਚੰਗੇ ਟੁਪਕੇ ਦੇ ਅੰਬ ਲਿਆ ਕੇ ਪੱਕੇ ਹੋਏ ਧੋ ਕੇ ਦਿੰਦਾ ਹੈ, ਸੱਜਣ ਜੀ ਇਹ ਛਕੋ। ਅਤੇ ਦੂਜਾ ਜਿਹੜਾ ਭਾਈ ਮਿੱਤਰ ਹੈ ਉਹ ਬਾਗ ਦੇ ਬੂਟੇ ਗਿਣਨ ਲੱਗ ਪੈਂਦਾ, ਬਾਗ ਦਾ ਏਰੀਆ ਮਿਲਣ ਲੱਗ ਪੈਂਦਾ ਅਤੇ ਕਾਫੀ ਦੇਰ ਉਸਨੇ ਵੀ ਲਾਈ। ਦੋਵੇਂ ਵਿਹਲੇ ਹੋ ਕੇ ਬਾਗ ਤੋਂ ਬਾਹਰ ਆਏ ਅਤੇ ਜਿਹੜਾ ਅੰਬ ਚੂਪਣ ਵਾਲਾ ਉਹ ਪੁੱਛਦਾ ਉਹਨੂੰ ਵੀ ਤੂੰ ਬਾਗ 'ਚ ਆਇਆ ਅਤੇ ਕੀ ਲਿਆ? ਆਂਦਾ ਮੈਂ ਤੇ
ਮਿਣਤੀ ਕੀਤੀ ਹੈ ਵੀ ਇਹਦੇ ਵਿੱਚ ਇੰਨੇ ਬੂਟੇ ਨੇ, ਇਹਨਾਂ ਬੂਟਿਆਂ ਨੂੰ ਇੰਨਾ ਫਲ ਲੱਗਦਾ ਹੋਵੇਗਾ, ਇੰਨਾ ਮਾਲੀ ਨੂੰ ਲਾਭ ਹੁੰਦਾ, ਇੰਨਾ ਨੁਕਸਾਨ, ਤੇ ਤੂੰ ਕੀ ਲੱਭਿਆ? ਕਹਿੰਦਾ ਮੈਂ ਤੇ ਮਾਲੀ ਨੂੰ ਜਾ ਕੇ ਰਾਮ ਰਾਮ ਕੀਤੀ, ਉਹਨੇ ਮੈਨੂੰ ਮੰਜਾ ਢਾ ਦਿੱਤਾ, 5-4 ਚੰਗੇ ਅੰਬ ਲਿਆ ਕੇ ਦਿੱਤੇ, ਮੈਂ ਬੜਾ ਆਨੰਦ ਮਾਣਿਆ। ਹੁਣ ਤੁਸੀਂ ਦੇਖੋ ਕਿ ਸਮਾਂ ਦੋਵਾਂ ਨੇ ਲਾਇਆ, ਅੰਬ ਖਾਣ ਵਾਲੇ ਨੇ ਵੀ ਲਾਇਆ ਤੇ ਅੰਬਾਂ ਦੀ ਬੂਟਿਆਂ ਦੀ ਗਿਣਤੀ ਕਰਨ ਵਾਲੇ ਨੇ। ਮੈਂ ਦੇਖਿਆ ਕਿ ਸਾਡੇ ਵਿੱਚ ਬਹੁਤ ਸਾਰੇ ਸਰੋਤੇ ਜਗਿਆਸੂ ਅੰਬ ਨਹੀਂ ਖਾਂਦੇ, ਬੂਟੇ ਗਿਣਦੇ। ਚਲੋ ਹੈ ਤੇ ਉਹਨਾਂ ਦੀ ਮੌਜ ਹੈ, ਪਰ ਬਾਣੀ ਪੜ੍ਹਨ ਦਾ ਲਾਭ ਤਾਂ ਹੈ ਜੇ ਅਸੀਂ ਬਾਣੀ ਦੇ ਉਸ ਗਿਆਨ ਨੂੰ ਪ੍ਰਾਪਤ ਕਰੀ। ਤੂੰ ਇਹ ਜਿਹੜਾ ਸ਼ਬਦ ਪੜ੍ਹਿਆ ਹੈ ਭਗਤ ਰਵਿਦਾਸ ਜੀ ਦਾ, ਇਹਦੇ ਵਿੱਚ ਵੀ ਭਗਤ ਰਵਿਦਾਸ ਜੀ ਕਿਸੇ ਵਿਦਵਾਨ ਸੱਜਣ ਨੂੰ, ਕਿਸੇ ਪੰਡਤ ਨੂੰ ਇਹ ਗੱਲ ਕਹਿ ਰਹੇ, ਹੇ ਪੰਡਤ ਜੀ, ਹਰ 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 ਨ ਜਪੈ ਰਸਨਾ, ਤੂੰ ਆਪਣੀ ਰਸਨਾ ਦੇ ਨਾਲ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਹਰੀ ਦਾ ਨਾਮ ਤੇ ਜਪਦਾ ਨਹੀਂ। ਚਲੋ ਪੰਡਤ ਜੀ ਨੂੰ ਨਾ ਕਹੋ, ਸਾਨੂੰ ਸਾਰਿਆਂ ਨੂੰ ਇਹ ਗੱਲ ਪਰਥਾਏ, ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਨੇ। ਹੇ ਭਾਈ, ਤੁਸੀਂ ਹਰੀ ਦਾ ਨਾਮ ਤੇ ਜਪਦੇ ਨਹੀਂ। ਚਾਹੀਦਾ ਇਹ ਹੈ ਕਿ ਅਵਰ ਤਬ ਤਿਆਗ ਬਚਨ ਰਚਨਾ, ਇਹ ਜਿਹੜੇ ਮਨੁੱਖਾਂ ਦੇ ਰਚੇ ਹੋਏ ਬਚਨ ਹਨ, ਇਹਨਾਂ ਨੂੰ ਛੱਡ, ਇਹਨਾਂ ਦੇ ਪਿੱਛੇ ਨਾ ਲੱਗ। ਜੇ ਤੈਨੂੰ ਕੁਝ ਲਾਭ ਹੋਣਾ ਹੈ ਤੇ ਪਰਮਾਤਮਾ ਦਾ ਨਾਮ ਜਪ ਕੇ ਹੋਣਾ। ਇਸੇ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਤੋ ਭਗਤ ਰਵਿਦਾਸ ਜੀ ਵੀ ਇਹੀ ਗੱਲ ਕਹਿ ਰਹੇ ਨੇ, ਪਿਆਰਿਓ, ਹਰ 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 ਨ ਜਪੈ ਰਸਨਾ, ਤੂੰ ਹਰੀ ਦਾ ਨਾਮ ਤੇ ਜਪਦਾ ਨਹੀਂ, ਹੋਰ ਗੱਲਾਂ ਵੇਦਾਂ ਦੀਆਂ, ਸਿਮਰਤੀਆਂ ਦੀਆਂ, ਪੁਰਾਣਾਂ ਦੀਆਂ ਕਰਦਾ। ਅਵਰ ਤਬ ਤਿਆਗ ਬਚਨ ਰਚਨਾ, ਅਵਰ ਸਭ ਤਿਆਗ ਗੱਗੇ ਨੂੰ ਸਿਆਰੀ, ਹੋਰ ਸਭ ਕੁਝ ਛੱਡ ਕੇ ਜਿਹੜੇ ਕਿ ਆਮ ਕਵੀਆਂ ਦੇ ਰਚੇ ਹੋਏ ਬਚਨ ਹਨ, ਇਹਨਾਂ ਨੂੰ ਛੱਡ ਤੇ ਹਰੀ ਦਾ ਨਾਮ ਜਪ। ਹੁਣ ਹਰੀ ਦੇ ਨਾਮ ਦੀ ਵਿਆਖਿਆ ਕਰਕੇ ਸਮਝਾਉਂਦੇ, ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ। ਆਖਿਆ ਉਹ ਪਰਮਾਤਮਾ ਸੁੱਖਾਂ ਦਾ ਸਾਗਰ ਹੈ। ਸੁਰ ਤਰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਤਰ ਕਹਿੰਦੇ ਨੇ ਦਰਖਤਾਂ ਨੂੰ। ਦੇਵਤਿਆਂ ਦੇ ਕਹਿੰਦੇ ਨੇ ਸਵਰਗ ਵਿੱਚ ਇੰਦਰ ਦੇ ਇੱਕ ਬ੍ਰਿਛ ਹੈ, ਜਿਹਦਾ ਨਾਮ ਕਲਪ ਬ੍ਰਿਛ ਵੀ ਕਿਹਾ ਜਾਂਦਾ। ਇਹਨਾਂ ਦੀ ਗਿਣਤੀ 5 ਲਿਖੀ ਹੈ, ਮੰਦਾਰ, ਪਾਰਜਾਤ, ਸੰਤਾਨ, ਕਲਪ, ਰੁੱਖ, ਹਰਚੰਦਨ। ਇਹਨਾਂ ਦੇ ਨਾਮ ਵੀ ਸੁਣ ਲੈ। ਪਰ ਇਹ ਸਾਰੀਆਂ ਚੀਜ਼ਾਂ ਕਿਹਦੇ ਹੱਥ ਵਿੱਚ ਨੇ? ਪਰਮਾਤਮਾ। ਇੱਕ ਕਾਮ ਧੇਨ ਗਊ ਵੀ ਕਹੀ ਜਾਂਦੀ। ਕਾਮ ਕਹਿੰਦੇ ਕਾਮਨਾ ਨੂੰ, ਧੇਨ ਕਹਿੰਦੇ ਨੇ ਗਊ ਨੂੰ।
ਜਿਹੜੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲੀ। ਚਿੰਤਾ ਮਨ ਇੱਕ ਬਟੀ ਹੈ, ਕਹਿੰਦੇ ਨੇ ਜਿਹਦੇ ਹੱਥ ਵਿੱਚ ਉਹ ਬਟੀ ਆ ਜਾਏ, ਜੋ ਚਿਤਵੇ ਉਹੀ ਮਿਲ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਪਿਆਰੇ, ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ। ਜਿਸ ਦੇ ਅਧੀਨ ਇਹ ਸਾਰੀਆਂ ਚੀਜ਼ਾਂ ਹਨ, ਜਿਹੜਾ ਪਰਮਾਤਮਾ ਸੁੱਖਾਂ ਦਾ ਸਾਗਰ ਹੈ। ਰੋਜ਼ ਬਾਣੀ 'ਚ ਪੜ੍ਹਦੇ, ਚਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰੇ। ਉਹ ਪਰਮਾਤਮਾ ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮਧੇਨਾ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵਨਿਧ ਕਰ ਤਲ ਤਾਕੇ। ਆਖਿਆ ਚਾਰ ਪਦਾਰਥ, ਧਰਮ ਅਰਥ ਕਾਮ ਮੋਖ। ਅਸ਼ਟ ਦਸਾ 18 ਸਿੱਧੀਆਂ ਹਨ, 9 ਨਿਧੀਆਂ ਹਨ। ਕਬੀਰ ਦੇਵਤੇ ਦੇ 9 ਖਜ਼ਾਨੇ ਕਹੇ ਜਾਂਦੇ। ਹੁਣ ਇਹਨਾਂ ਗੱਲਾਂ ਨੂੰ ਸੁਣ ਕੇ ਆਮ ਜਗਿਆਸੂ, ਇਹਨਾਂ ਦੀ ਗਿਣਤੀ ਦੱਸੋ ਜੀ, ਇਹਨਾਂ ਦੇ ਨਾਮ ਦੱਸੋ ਜੀ। ਚਲੋ ਗਿਣਤੀ ਤਾਂ ਇੱਥੇ ਲਿਖੀ ਹੋਈ ਹੈ, ਨਾਮ ਵੀ ਸੁਣ ਲਓਗੇ। ਜਿਹੜੀ ਅਸਲ ਗੱਲ ਹੈ ਉਹਦੇ ਵੱਲ ਧਿਆਨ ਦਿਓ। ਫਿਰ ਉਹੀ ਗੱਲ ਹੈ ਕਿ ਅੰਬ ਖਾਣੇ ਕਿ ਬੂਟੇ ਗਿਣ। ਪਰ ਬਹੁਤਿਆਂ ਦੀ ਬਿਰਤੀ ਬਣ ਗਈ ਹੈ ਵੀ ਅਸੀਂ ਤਾਂ ਜੀ ਬੂਟੇ ਗਿਣਨੇ ਨੇ। ਭਗਤ ਰਵਿਦਾਸ ਜੀ ਕੀ ਕਹਿੰਦੇ ਨੇ? ਕਹਿੰਦੇ ਉਹ ਪਰਮਾਤਮਾ ਜਿਸ ਦੇ ਕਰ ਤਲ ਤਾਕੇ। ਕਰ ਕਹਿੰਦੇ ਨੇ ਹੱਥ, ਤਲ ਕਹਿੰਦੇ ਨੇ ਤਲੀ, ਤਾਕੇ ਮੈਨੂੰ ਉਸ ਤੇ, ਉਸ ਦੀ ਹੱਥ ਦੀ ਤਲੀ ਉੱਤੇ ਸਭ ਕੁਝ ਧਰਿਆ ਹੋਇਆ। ਫਿਰ ਧਿਆਨ ਦਿਓ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵਨਿਧ ਕਰ ਤਲ ਤਾਕੇ। ਹਰ 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 ਨ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਭਗਤ ਰਵਿਦਾਸ ਜੀ ਕਹਿੰਦੇ, ਹੈ ਪ੍ਰਾਣੀਓ, ਮੇਰੀ ਸਲਾਹ ਮੰਨੋ। ਇਹ ਹੋਰ ਜਿੰਨੀਆਂ ਬਚਨ ਰਚਨਾ ਕਵੀਆਂ ਦੀਆਂ ਰਚੀਆਂ ਹੋਈਆਂ ਕਵਿਤਾਵਾਂ, ਇਹਨਾਂ ਨੂੰ ਛੱਡੋ। ਕਿਉਂ ਨਹੀਂ ਹਰੀ ਹਰੀ ਦਾ ਨਾਮ ਜਪਦੇ? ਜਿਸ ਹਰੀ ਦੇ ਨਾਮ ਨੇ ਸਾਡਾ ਤੁਹਾਡਾ ਪਾਰ ਨਿਸਤਾਰਾ ਕਰਨ। ਰੋਜ਼ ਪੜ੍ਹੀ ਵੀ ਜਾਂਦੇ ਹਾਂ ਸੁਖਮਨੀ ਸਾਹਿਬ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਆਖਿਆ ਜਿਸ ਪਰਮਾਤਮਾ ਦੇ ਨਾਮ ਤੁਲ ਕੁਝ ਵੀ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਤਰਬ ਢੰਡੋਲ। ਪੂਜਸ ਨਾਈ ਹਰ ਹਰੇ, ਨਾਨਕ ਨਾਮ ਅਮੋਲ। ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੈ। ਆਖਿਆ ਮੇਰੀ ਸਲਾਹ ਮੰਨੋ, ਉਸ ਪਰਮਾਤਮਾ ਦਾ ਨਾਮ ਜਪੋ। ਹੋਰ ਹੋਰ ਗੱਲਾਂ ਵਿੱਚ ਆਪਣਾ ਸਮਾਂ ਨਾ ਗਵਾਓ। ਰਹਾਓ ਨਾਨਾ ਖਿਆਨ, ਪੁਰਾਨ ਵੇਦ ਬਿਦ, 34 ਅੱਖਰ ਮਾਹੀ। ਨਾਨਾ ਖਿਆਨ, ਨਾਨਾ ਦਾ ਮਤਲਬ ਕਈ ਪ੍ਰਕਾਰ ਦੇ, ਖਿਆਨ ਦਾ ਮਤਲਬ ਹੈ ਵਿਖਿਆਨ। ਕਈ ਕਿਸਮਾਂ ਦੇ ਖਿਆਨ ਪ੍ਰਸੰਗ ਜਿਹੜੇ ਵੇਦਾਂ ਵਿੱਚ ਲਿਖੇ ਹੋਏ ਨੇ।
ਪੁਰਾਣਾਂ ਵਿੱਚ ਲਿਖੇ ਹੋਏ ਨੇ ਔਰ ਵੇਦ ਵਿਦ ਵੇਦਾਂ ਦੀ ਮਰਿਆਦਾ ਲਿਖੀ ਹੋਈ ਹੈ। ਕਦੇ ਆਸਾ ਕੀ ਵਾਰ ਪੜੋ, ਸਾਮ ਕਹਿ ਸਿਤੰਬਰ ਸੁਆਮੀ, ਸੱਚ ਮੈਂ ਆਖੈ ਸਾਚ ਰਹੇ, ਸਭ ਕੋ ਸੱਚ ਸਮਾਵੇ, ਰਿਗ ਕਹਿ ਰਿਹਾ ਭਰਪੂਰ, राम नाम देवा मैं सूर, नाय ले पराछत जाए, नानक तो मोखंतर पाए। कितना कुछ वर्णन है, जे सवेर तो शाम तक सुनाई जाइए, ये मुकण वाला नहीं। जुज में जोर छली चंद्रावल, कान कृष्ण जादुम भया, पार जात गोपी ले आया, बिंद्रा बन में रंग किया, कल मैं वेद अथर्वण हुआ, नाम खुदाई अला भया, नील वस्त्र पैर हूँ मैं परवान, मलेच्छ धान ले पूजे प्राण। ਹੁਣ ਜੀ ਤੇ ਕਰਦਾ ਹਰ ਸਰੋਤੇ ਦਾ, ਮੈਨੂੰ ਇੱਕ ਗੱਲ ਸਮਝਾਓ ਭਾਈ, ਇਹਨੂੰ ਸਮਝਣ ਵਾਸਤੇ ਗੁਰੂ ਦੀ ਸੰਗਤ ਵਿੱਚ ਆਓ ਔਰ ਵਿਦਵਾਨ ਪੁਰਸ਼ਾਂ ਕੋਲੋਂ ਸੁਣੋ। ਪਰ ਗੁਰਬਾਣੀ ਅੰਦਰ ਤੇ ਭਗਤਾਂ ਨੇ, ਗੁਰੂਆਂ ਨੇ ਨਿਚੋੜ ਕੱਢ ਕੇ ਦਿੱਤਾ। ਅਸੀਂ ਉਸ ਨਿਚੋੜ ਨਾਲ ਨਹੀਂ ਜੁੜਦੇ। ਉਹ ਨਿਚੋੜ ਕੀ ਹੈ? ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ, ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਰੋਜ਼ ਪੜ੍ਹਦੇ ਹਾਂ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਤੋ ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਪਿਆਰੇ, ਕਿਉਂ ਨਹੀਂ ਤੂੰ ਹਰੀ ਦਾ ਨਾਮ ਜਪਦਾ? ਹੋਰ ਗੱਲਾਂ ਵਿੱਚ ਤੂੰ ਆਪਣਾ ਸਮਾਂ ਲਾਈ ਜਾ। ਹਰ 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 ਨ ਜਪੈ ਰਸ ਨਾ, ਅਵਰ ਤਬ ਤਿਆਗ ਬਚਨ ਰਚਨਾ ਰਹਾਓ, ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ। ਸੰਸਕ੍ਰਿਤ ਦੇ 34 ਅੱਖਰ ਮੰਨੇ ਜਾਂਦੇ। ਕਈ ਕਹਿਣਗੇ ਜੀ ਦੱਸੋ ਕਿਹੜੇ ਕਿਹੜੇ ਨੇ? ਭਾਈ ਇਹ ਕੁੱਲ ਜੋੜ 34 ਕੀਤਾ ਅੱਖਰਾਂ ਦੀ, ਇੱਥੇ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ। ਭਗਤ ਜੀ ਕਹਿਣਾ ਕੀ ਚਾਹੁੰਦੇ ਨੇ? ਭਗਤ ਜੀ ਕਹਿਣਾ ਇਹ ਚਾਹੁੰਦੇ ਨੇ, ਵਿਆਸ ਵਿਚਾਰ ਕਹਿਓ ਪਰਮਾਰਥ। ਰਿਸ਼ੀ ਵੇਦ ਵਿਆਸ ਜੀ, ਜਿਨ੍ਹਾਂ ਨੇ ਵੇਦਾਂ ਦਾ ਭਾਸ਼ ਲਿਖਿਆ, ਜਿਨ੍ਹਾਂ ਨੇ ਵੇਦਾਂ ਦਾ ਵਿਆਕਰਨ ਲਿਖਿਆ, ਜਿਨ੍ਹਾਂ ਨੇ ਵੇਦਾਂ ਦਾ ਤਤਸਾਰ ਲਿਖਿਆ, ਉਹ ਕੀ ਕਹਿੰਦੇ? ਉਹਨਾਂ ਸਭ ਦਾ ਕਹਿਣਾ ਇਹ ਹੈ, ਵਿਆਸ ਵਿਚਾਰ ਕਹਿਓ ਪਰਮਾਰਥ। ਪਰਮਾਰਥ ਦਾ ਮਤਲਬ ਹੈ ਉਹ ਪਰਮ ਅਰਥ, ਉੱਚੀ ਗੱਲ, ਨਿਚੋੜ ਦੀ ਗੱਲ ਭਗਤ ਵਿਆਸ ਜੀ ਨੇ ਲਿਖੀ ਹੈ। ਉਹ ਕੀ ਲਿਖਿਆ? ਰਾਮ ਨਾਮ ਸਰ ਨਾਹੀ। ਆਖਿਆ ਪਿਆਰਿਓ, ਰਾਮ ਦੇ ਨਾਮ ਤੁਲ ਕੋਈ ਚੀਜ਼ ਨਹੀਂ। ਤੇ ਗੁਰਬਾਣੀ ਕਹਿੰਦੀ, ਤਜੋ ਸਿਆਣਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਭਉ ਜਾਏ। ਕੰਮ ਆਉਣ ਵਾਲੀ ਚੀਜ਼ ਪਰਮਾਤਮਾ ਦਾ ਨਾਮ ਹੈ। ਇਸ ਲਈ ਭਗਤ ਰਵਿਦਾਸ ਜੀ ਜ਼ੋਰ ਦੇ ਕੇ ਕਹਿੰਦੇ ਨੇ, ਹਰ 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 ਨ ਜਪੈ ਰਸਨਾ, ਅਵਰ ਤਬ ਤਿਆਗ ਬਚਨ ਰਚਨਾ। ਆਖਿਆ ਤੂੰ ਕਿਉਂ ਨਹੀਂ ਪਰਮਾਤਮਾ ਦਾ ਨਾਮ ਸਿਮਰਨਾ? ਇਹ ਹੋਰ ਫੂਕੀਆਂ ਗੱਲਾਂ ਜਿਹੜੀਆਂ ਨੇ ਇਹ ਛੱਡ ਤੇ ਉਹਦਾ ਨਾਮ ਜਪ। ਫਿਰ ਅਖੀਰ ਵਿੱਚ ਕਹਿੰਦੇ ਨੇ, ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ, ਵਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਭਾਈ ਰਾਮ ਦੇ ਨਾਮ ਤੁਲ ਕੋਈ ਚੀਜ਼ ਨਹੀਂ। ਇਹ ਹੈ ਪੱਲੇ ਬੰਨਣ ਵਾਲੀ ਚੀਜ਼।
ਰੋਜ਼ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਰੋਜ਼ ਸਾਨੂੰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਮੈਂ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਉ। ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। वेद पुराण सिमरत सुधाक्षर, कीने राम नाम एक आख्यर। किनका एक जिस जी बसावे, ताकि महिमा गनी न आवे। कांखी एक दरस तुहारो, नानक उन संग मोहे उधारो। सुखमनी सुख अमृत प्रभ नाम, भगत जना कै मन विश्राम। भगत जी निचोड़ कर तीजे पद में कहते सहज समाध उपाद रहत फुन, बड़े भाग लिव लागी। जिसते बहुत बड़े भाग होण ਉਹਦੀ ਲਿਵ ਲੱਗ ਜਾਂਦੀ ਕਿੱਥੇ? ਪਰਮਾਤਮਾ ਦੇ ਨਾਮ ਨਾਲ। ਤੇ ਜਿਹਦੀ ਪਰਮਾਤਮਾ ਦੇ ਨਾਮ ਵਿੱਚ ਲਿਵ ਲੱਗ ਜਾਂਦੀ ਸਹਿਜ ਸਮਾਧ, ਉਹਨੂੰ ਫਿਰ ਅਡੋਲ ਅਵਸਥਾ ਪ੍ਰਾਪਤ ਹੁੰਦੀ। ਉਹ ਫਿਰ ਉਸ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ। ਤੇ ਉਪਾਦ ਰਹਿਤ ਫੁਨ, ਇਹ ਤਿੰਨ ਤਰ੍ਹਾਂ ਦੇ ਤਾਪ ਹਨ, ਆਦ ਵਿਆਦ ਉਪਾਦ। ਸਰੀਰ ਦੇ ਅੰਦਰੋਂ ਉੱਠਣ ਵਾਲੇ ਰੋਗ, ਸਰੀਰ ਨੂੰ ਬਾਹਰੋਂ ਲੱਗਣ ਵਾਲੇ ਰੋਗ ਅਤੇ ਉਪਾਦ ਜਿਹੜੇ ਅਚਨਚੇਤੀ ਕੋਈ ਘਟਨਾ ਵਾਪਰ ਜਾਏ ਤਾਂ ਇੱਕ ਨੂੰ ਕਹਿੰਦੇ ਨੇ ਆਦ, ਸਰੀਰ ਦੇ ਅੰਦਰੋਂ ਉੱਠਣ ਵਾਲੀਆਂ ਬਿਮਾਰੀਆਂ, ਵਿਆਦ ਬਾਹਰੋਂ ਲੱਗਣ ਵਾਲੀਆਂ, ਉਪਾਦ ਅਚਨਚੇਤੀ। ਕਹਿੰਦੇ ਨੇ ਜਿਸ ਦੀ ਲਿਵ ਪਰਮਾਤਮਾ ਦੇ ਨਾਮ ਵਿੱਚ ਲੱਗ ਗਈ, ਜਿਸ ਦੇ ਵੱਡੇ ਭਾਗ ਹੋਣਗੇ, ਉਹਨੂੰ ਫਿਰ ਸਹਿਜ ਸਮਾਧੀ ਮਿਲੇਗੀ। ਉਹ ਉਪਾਦੀਆਂ ਤੋਂ ਰਹਿਤ ਹੋ ਜਾਏਗਾ। ਸਹਿਜ ਸਮਾਧ ਉਪਾਦ ਰਹਿਤ ਫੁਨ, ਬੜੇ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਕਾਸ਼ ਹਿਰਦੈ ਧਰ। ਰਵਿਦਾਸ ਜੀ ਕਹਿੰਦੇ ਹਨ, ਉਹ ਫਿਰ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਉਸ ਬ੍ਰਹਮ ਗਿਆਨ ਦੇ ਪ੍ਰਕਾਸ਼ ਨੂੰ ਟਿਕਾ ਲੈਂਦਾ। ਅਤੇ ਜਿਹਨੂੰ ਬ੍ਰਹਮ ਗਿਆਨ ਦੀ ਸੋਝੀ ਹੋ ਜਾਏ, ਜਿਹੜਾ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ, ਜਨਮ ਮਰਨ ਭੈ ਭਾਗੀ, ਉਹਦਾ ਜਨਮ ਮਰਨ ਦਾ ਡਰ ਵੀ ਭੱਜ ਜਾਂਦਾ, ਦੂਰ ਹੋ ਜਾਂਦਾ। ਗੁਰਬਾਣੀ ਅਥਾਹ ਹੈ, ਕਿਤਨੇ ਪ੍ਰਮਾਣ ਦਿੱਤੇ ਜਾਣ। ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਨ ਵਾਲੇ, ਵਿਚਾਰਨ ਵਾਲੇ ਮਨੁੱਖ ਜਾਣਦੇ ਨੇ ਕਿ ਸਾਰਿਆਂ ਦਾ ਨਿਚੋੜ ਇੱਕੋ ਇੱਕ ਹੈ, ਉਹ ਹੈ ਪਰਮਾਤਮਾ ਦਾ ਨਾਮ ਜਪਣਾ। ਤੋ ਭਗਤ ਜੀ ਨੇ ਬੜੇ ਵਿਸਥਾਰ ਨਾਲ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਸਮਝਾਇਆ। ਆਖਿਆ ਦੁਨੀਆ ਦੇ ਲੋਕੋ, ਹੋਰ ਹੋਰ ਫਜ਼ੂਲ ਦੀਆਂ ਗੱਲਾਂ ਛੱਡੋ, ਹਰੀ ਦਾ ਨਾਮ ਜਪੋ। ਹਰੀ ਦੇ ਨਾਮ ਜਪਣ ਦੇ ਨਾਲ ਸਾਰੀਆਂ ਬਰਕਤਾਂ ਆ ਜਾਣ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਤੇ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।